ਲਈ ਲੰਗੋਟੀ ਤੋਰ ਚਲਤੀ ਬਾਰ, ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਹੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗ ਹਨ ਸਾਡੇ ਜੋ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਜ ਕੇ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਦੀ ਵਿਚਾਰ ਐਸੇ ਸੋਹਣੇ ਖਿਆਲਾਂ ਨੂੰ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਗੁਰਬਾਣੀ ਦੀ ਵਿਚਾਰ ਦੀ ਆਰੰਭਤਾ ਕਰੀਏ। ਪ੍ਰਥਮ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਆਖਣਾ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਧਨਾਸਰੀ ਦੇ ਵਿੱਚ 675 ਅੰਗ ਤੋਂ ਆਰੰਭ ਹੋ ਕੇ 676 ਅੰਗ ਤੇ ਸੰਪੂਰਨ ਹੁੰਦਾ ਹੈ। ਇਸ ਵਾਕ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਹਰ ਕੰਮ ਨੂੰ ਕਰਨ ਦਾ ਇੱਕ ਸਹੀ ਤਰੀਕਾ ਹੁੰਦਾ ਹੈ, ਉਸ ਤੋਂ ਬਿਨਾਂ ਕਦੇ ਵੀ ਉਹ ਕੰਮ ਸਿਰੇ ਨਹੀਂ ਚੜ੍ਹ ਸਕਦਾ। ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਬਾਗਬਾਨੀ ਹੈ, ਉਹਨੂੰ ਸੰਭਾਲਣ ਦਾ ਤਰੀਕਾ, ਉਹ ਪੌਦਿਆਂ ਨੂੰ ਸਹੀ ਤਰੀਕੇ ਨਾਲ ਕੱਟਣ ਦਾ ਤਰੀਕਾ ਇਨਸਾਨ ਨੂੰ ਜੇ ਆਉਂਦਾ ਹੋਵੇ ਤੇ ਉਹ ਸੋਹਣੀ ਲੱਗਦੀ ਹੈ ਜਿਹੜੀ ਬਾੜੀ ਹੈ। ਜੇ ਉਹ ਕੋਝੇਪਣ ਦੇ ਨਾਲ ਉਹਨੂੰ ਕੱਟੇਗਾ ਤੇ ਉਹ ਸਗੋਂ ਉਹਦੀ ਸੁੰਦਰਤਾ ਵਿਗਾੜ ਦੇਵੇਗਾ। ਇਸ ਤਰ੍ਹਾਂ ਹੀ ਬਰਤਨ ਸਾਫ਼ ਕਰਨ ਦੀ ਇੱਕ ਜੁਗਤੀ ਆ, ਤਰੀਕਾ ਵਾ। ਰੋਟੀ ਪਕਾਉਣ ਦਾ ਤਰੀਕਾ, ਜੇ ਜ਼ਿਆਦਾ ਸਮਾਂ ਤਵੇ 'ਤੇ ਪਈ ਰਹਿ ਜਾਵੇ ਸੜ ਜਾਂਦੀ ਆ, ਕਾਲੇ ਰੰਗ ਦੀ ਹੋ ਜਾਂਦੀ ਆ। ਇੱਦਾਂ ਹੀ ਬਿਲਕੁਲ ਗੁਰਬਾਣੀ ਜਿਹੜੀ ਆ, ਵਾਹਿਗੁਰੂ ਦਾ ਸਿਮਰਨ ਜੋ ਹੈ, ਕੇਵਲ ਤੇ ਕੇਵਲ ਉਹਦੇ ਨਾਲ ਹੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ।
ਕੇਵਲ ਤੇ ਕੇਵਲ ਬਾਣੀ ਦੇ ਨਾਲ ਜਿਹੜਾ ਵੀ ਇਹਨੂੰ ਜਪੇਗਾ ਸਾਧੂਆਂ ਦੇ ਸੰਗ ਹੋ ਕੇ, ਹੋਰ ਕੋਈ ਤਰੀਕਾ ਨਹੀਂ ਹੈਗਾ। ਇਹ ਬੰਦੇ ਨੂੰ ਸੁਧਾਰਨ ਦਾ ਕੰਮ, ਆਪਣੇ ਆਪ ਨੂੰ ਬਦਲਣ ਦਾ ਕੰਮ ਉਹਨੂੰ ਖੁਦ ਨੂੰ ਕਰਨਾ ਪੈਣਾ, ਹੋਰ ਕੋਈ ਯਤਨ ਨਹੀਂ ਕੰਮ ਕਰਨਗੇ। ਕੋਈ ਪਾਣੀ ਪੀਵੇ, ਦੂਜਾ ਨਹੀਂ ਇੱਦਾਂ ਕਹਿ ਸਕਦੇ ਉਹਦੀ ਪਿਆਸ ਬੁਝ ਗਈ। ਰੋਟੀ ਕੋਈ ਖਾਵੇ, ਦੂਜਾ ਰੱਜ ਜੇ, ਇਹ ਨਹੀਂ ਹੋ ਸਕਦਾ। ਜੋ ਪਾਣੀ ਪੀਵੇਗਾ ਤੇ ਉਹਦੀ ਬੁਝੇਗੀ, ਜੋ ਰੋਟੀ ਖਾਵੇਗਾ ਉਹ ਰੱਜੇਗਾ। ਹੂਬਹੂ ਜੋ ਸਿਮਰਨ ਕਰੇਗਾ ਵਾਹਿਗੁਰੂ ਜੀ ਦਾ, ਬੰਦ ਖਲਾਸੀ ਉਹਦੀ ਹੋਵੇਗੀ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲ ਕਾਲ। ਅਸੀਂ ਦੂਜਿਆਂ ਤੋਂ ਕੋਈ ਵੀ ਦੁਨਿਆਵੀ ਕੰਮ ਕਰਾ ਸਕਦੇ ਹਾਂ, ਪਰ ਆਪਣੇ ਆਪ ਨੂੰ ਸੁਧਾਰਨ ਦਾ ਕੰਮ ਬੰਦੇ ਨੂੰ ਹੀ ਕਰਨਾ ਪਵੇਗਾ। ਆਪਣੇ ਆਪ ਨੂੰ ਬਦਲਣ ਦਾ ਕੰਮ, ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡ ਦੇਣਾ, ਇਹ ਬੰਦੇ ਨੂੰ ਖੁਦ ਕਰਨਾ ਪਵੇਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਸ ਕਰਕੇ ਤਾਂ ਮਹਾਰਾਜ ਨੇ ਕਿਹਾ ਹੈ ਕਿ ਇਹ ਤਾਂ ਬੰਦਿਆ ਤੈਨੂੰ ਖੁਦ ਨੂੰ ਹੀ ਕਰਨਾ ਪਵੇਗਾ। ਆਪਣਾ ਸਿਰ ਆਪ ਹੀ ਗੁੰਦਣਾ ਪਵੇਗਾ। ਅਧਿਆਤਮ ਦੇ ਵਿੱਚ ਕੋਈ ਦੂਜਾ ਆ ਕੇ ਤੇਰੀ ਜਗ੍ਹਾ ਬੰਦਗੀ ਕਰੇ ਤੇ ਉਹ ਤੈਨੂੰ ਮਿਲ ਜਾਵੇ, ਇਹ ਨਹੀਂ ਹੋ ਸਕਦਾ। ਸਾਧੂ ਸੰਗ ਭਜੋ ਗੋਪਾਲ। ਇਸ ਕਰਕੇ ਤੂੰ ਇਸ ਗੱਲ ਨੂੰ ਜਾਣ ਲਾ ਕਿ ਉਹ ਦਿਨ ਦੂਰ ਨਹੀਂ ਜਦੋਂ ਤੇਰੀ ਜ਼ਿੰਦਗੀ ਦੀ ਕਹਾਣੀ ਜਿਹੜੀ ਆ ਉਹ ਮੁੱਕ ਜਾਵੇਗੀ ਤੇ ਤੂੰ ਬੇਸੁੱਧ ਜੀ ਲੱਕੜ ਦੇ ਵਾਂਗ ਜ਼ਮੀਨ ਤੇ ਪਿਆ ਹੋਵੇਗਾ। ਉਹ ਦਿਨ ਬਹੁਤੀ ਦੂਰ ਨਹੀਂ ਹੈਗਾ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲ ਕਾੜ। ਇਸ ਕਰਕੇ ਹੋਰ ਕੋਈ ਸੰਜਮ ਜਾਂ ਜੁਗਤੀ ਤਰੀਕਾ ਨਹੀਂ, ਇੱਕੋ ਹੀ ਯਤਨ ਹੈ। ਸੰਗਤ ਵਿੱਚ ਆ ਕੇ ਤੇਰਾ ਨਾਮ ਸਿਮਰਨਾ, ਇਹਦੇ ਨਾਲ ਹੀ ਇਸ ਕੱਲ ਤੋਂ, ਇਸ ਯੁੱਗ ਤੋਂ ਤਰਿਆ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਜਦੋਂ ਗਏ ਨੇ ਸਮੇਰ ਪਰਬਤ ਤੇ, ਉੱਥੋਂ ਦੇ ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਜੀ ਨੂੰ, ਕਿਹੜੀ ਸ਼ਕਤੀ ਦੇ ਦੁਆਰਾ ਤੁਸੀਂ ਇੱਥੇ ਆ ਗਏ ਹੋ? ਕੌਣ ਸ਼ਕਤ ਤੋਏ ਇੱਥੇ ਲਿਆਈ? ਕਿਹੜੀ ਪਾਵਰ ਆ ਜਿਹਨੇ ਤੁਹਾਨੂੰ ਇੱਥੇ ਲਿਆਂਦਾ? ਇੱਥੇ ਆਉਣਾ ਬਹੁਤ ਔਖਾ। ਅਸੀਂ ਤਾਂ ਸਿੱਧੀਆਂ ਨਾਲ ਆ ਗਏ ਸੀ, ਪਰ ਤੁਸੀਂ ਕਿਵੇਂ ਆ ਗਏ ਹੋ? ਕੌਣ ਸ਼ਕਤ, ਕਿਹੜੀ ਸ਼ਕਤੀ ਦੇ ਨਾਲ ਤੋਏ ਇੱਥੇ ਲਿਆਈ? ਤੁਸੀਂ ਸਮੇਰ ਪਰਬਤ ਤੇ ਆ ਗਏ ਹੋ। ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀਗਾ, ਕਹਿਣ ਲੱਗੇ ਸਿੱਧ ਨੂੰ, ਉਹਨਾਂ ਸਿੱਧਾਂ ਨਾਥਾਂ ਨੂੰ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਇਸ ਕਰਕੇ ਕਹਿੰਦੇ ਗੁਰਬਾਣੀ ਤੋਂ ਉੱਪਰ ਕੁਝ ਵੀ ਨਹੀਂ ਹੈਗਾ, ਭਾਉ ਪਿਆਰ ਤੋਂ ਉੱਪਰ ਕੁਝ ਨਹੀਂ ਹੈਗਾ। ਗੁਰਬਾਣੀ ਨਾਲ ਪਿਆਰ, ਇਹਦੋਂ ਉੱਪਰ ਕੁਝ ਵੀ ਨਹੀਂ। ਇਹਦੇ ਨਾਲ ਇਹ ਪਾਵਰ ਜਿਹੜੀ ਹੈ, ਇਹਦੇ ਕਰਕੇ ਅਸੀਂ ਇੱਥੇ ਆ ਗਏ। ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਤਾਂ ਕਰਕੇ ਅਸੀਂ ਸਮੇਰ ਪਰਬਤ ਤੇ ਆ ਗਏ। ਇਹ ਸਭ ਬਾਣੀ ਦੀਆਂ ਹੀ ਦਾਤਾਂ ਨੇ, ਉਹਦੀਆਂ ਹੀ ਵਡਿਆਈਆਂ ਨੇ ਗੁਰਬਾਣੀ ਦੀਆਂ। ਦੀਨ ਦਰਦ ਨਿਵਾਰ ਠਾਕੁਰ, ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਠਾਕੁਰ ਰਾਖੈ ਜਨ ਕੀ ਆਪ, ਦੁਖੀਆਂ ਦਰਦਾਂ ਦੇ ਸਹਾਰੇ ਬਣਦੇ ਨੇ ਵਾਹਿਗੁਰੂ ਜੀ। ਰਾਖੈ ਜਨ ਕੀ ਆਪ, ਆਪਣੇ ਸੇਵਕਾਂ ਦੀ ਪੈਜ ਲਾਜ ਆਪ ਰੱਖਦੇ ਆ। ਤਰਨ ਤਾਰਨ ਹਰ ਨਿੱਧ,
ਤਰਨ ਤਾਰਨ ਹਰ ਨਿੱਧ, ਦੁਖ ਨਾ ਸਕੈ ਵਿਆਪ। ਗੁਰੂ ਅਰਜਨ ਦੇਵ ਜੀ ਜਹਾਜ਼ ਨੇ ਉਹ ਬਾਣੀ ਦੇ, ਬਹੁਤ ਵੱਡੇ ਜਹਾਜ਼, ਜਿਹਦੇ ਵਿੱਚ ਸਵਾਰ ਹੋ ਕੇ ਇਸ ਸੰਸਾਰ ਰੂਪ ਸਮੁੰਦਰ ਤੋਂ ਤਰਿਆ ਜਾ ਸਕਦਾ। ਤਰਨ ਤਾਰਨ ਹਰ ਨਿੱਧ, ਵਾਹਿਗੁਰੂ ਤਾਰਨ ਵਾਲਾ, ਸੰਸਾਰ ਦੀ ਮਾਇਆ ਡੋਬਣ ਵਾਲੀ ਆ ਬੰਦੇ ਨੂੰ। ਗੁਰੂ ਬਚਾਉਣ ਵਾਲਾ ਹੋਵੇ ਤੇ ਮਾਇਆ ਨਹੀਂ ਕੁਝ ਕਰ ਸਕਦੀ। ਦੁਖ ਨ ਸਕੈ ਵਿਆਪ, ਸਾਧੂ ਸੰਗ ਭਜੋ ਗੋਪਾਲ। ਇਸ ਕਰਕੇ ਬੰਦਿਆ ਤੂੰ ਗੁਰੂ ਦੀ ਅਹਿਮੀਅਤ ਜਾਣਦੇ ਹੋਏ ਗੁਰੂ ਕੋਲ ਆ ਕੇ ਉਹ ਵਾਹਿਗੁਰੂ ਨੂੰ, ਧਰਤੀ ਨੂੰ ਬਣਾਉਣ ਵਾਲੇ ਨੂੰ ਯਾਦ ਕਰ, ਤੈਨੂੰ ਸਾਜਣ ਵਾਲੇ ਨੂੰ ਯਾਦ ਕਰ। ਇਸ ਕਰਕੇ ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ, ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਸੰਪੂਰਨ ਫਲਹਿ, ਜੇ ਪ੍ਰਸਾਦ ਹਸਤ ਕਰ ਚਲਹਿ, ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਆਠ ਪਹਿਰ ਤਾਕਾ ਜਸ ਗਾਵੀਜੈ। ਜਿਹਦੀ ਕਿਰਪਾ ਨਾਲ ਤੂੰ ਤੁਰਦਾ ਫਿਰਦਾ ਵਾਂ, ਜਿਹਦੀ ਕਿਰਪਾ ਦੇ ਨਾਲ ਤੂੰ ਸੁਣਦਾ ਹੈ, ਜਿਹਦੀ ਕਿਰਪਾ ਦੇ ਨਾਲ ਤੂੰ ਬੋਲਦਾ ਵਾਂ, ਜਿਹਦੀ ਕਿਰਪਾ ਨਾਲ ਤੂੰ ਸੋਹਣੀ ਸੇਜਾ ਤੇ ਸੌਂਦਾ ਵਾਂ, ਉਹਨੂੰ ਯਾਦ ਕਰ, ਉਹਦਾ ਸ਼ੁਕਰਾਨਾ ਕਰ। ਵੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ। ਵੇਦ ਵੀ, ਸਿਮਰਤੀਆਂ ਵੀ, ਸ਼ਾਸਤਰ ਵੀ, ਸਾਰੇ ਇਹੀ ਗੱਲ ਕਹਿੰਦੇ ਆ, ਉਹਨੂੰ ਯਾਦ ਕਰੋ। ਵੇਦਾਂ ਨੂੰ ਪੜ੍ਹ ਲਓ, ਸਿਮਰਤੀਆਂ ਪੜ੍ਹ ਲਓ, ਪੁਰਾਣ ਪੜ੍ਹ ਲਓ, ਕੁਰਾਨ ਸ਼ਰੀਫ ਪੜ੍ਹ ਲਓ, ਬਾਈਬਲ ਪੜ੍ਹ ਲਓ। ਪਾਵਨ ਪਵਿੱਤਰ ਮੁਕੱਦਸ ਇਹ ਕਿਤਾਬ ਜੋ ਮਹਾਤਮਾ ਬੁੱਧ ਜੀ ਦਾ ਗ੍ਰੰਥ ਆ, ਉਹ ਪੜ੍ਹ ਲਓ ਜੀ। ਵਾਹਿਗੁਰੂ ਪਰਮੇਸ਼ਰ ਦੀ ਬਾਣੀ ਪੜ੍ਹ ਲਓ। ਭਾਈ ਗੁਰਦਾਸ, ਭਾਈ ਨੰਦ ਲਾਲ ਜੀ ਨੂੰ ਪੜ੍ਹ ਲਓ। ਸਾਰੇ ਹੀ ਇੱਕੋ ਗੱਲ ਕਹਿੰਦੇ ਆ, ਬੰਦਿਆ ਆਪੇ ਦੀ ਖੋਜ ਕਰ। ਭਾਗਵਤ ਗੀਤਾ ਪੜ੍ਹ ਲਓ। ਸਾਰੇ ਹੀ ਗ੍ਰੰਥ, ਵੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਇਸ ਕਰਕੇ ਸਾਰੇ ਹੀ ਵੇਦ, ਰਿਗ ਵੇਦ, ਜਜਰ ਵੇਦ, ਅਥਰ ਵੇਦ, ਸਾਮ ਵੇਦ, ਪੁਰਾਣ, ਕੁਰਾਨ, ਭਾਗਵਤ ਗੀਤਾ, ਬਾਈਬਲ, ਇਹ ਸਾਰੀਆਂ ਜਿਹੜੀਆਂ ਬਾਣੀਆਂ ਹਨ, ਗੁਰਬਾਣੀਆਂ ਨਿਤਨੇਮ ਦੀਆਂ, ਜਾਪ ਸਾਹਿਬ ਦੀ ਅਗੰਮੀ ਬਾਣੀ, ਸਵਈਏ ਚੌਪਈ ਸਾਹਿਬ, ਆਨੰਦ ਸਾਹਿਬ, ਸੋ ਦਰ ਕੀਰਤਨ ਸੋਹਿਲਾ। ਭਗਤ ਕਬੀਰ ਜੀ, ਰਵਿਦਾਸ ਜੀ, ਰਾਮਾਨੰਦ, ਪਰਮਾਨੰਦ, ਭਗਤ ਧੰਨਾ ਜੀ, ਭਗਤ ਤਿਰਲੋਚਨ ਜੀ, ਭਗਤ ਸੂਰਦਾਸ ਜੀ, ਸਾਰੇ ਹੀ ਇੱਕੋ ਗੱਲ ਕਹਿੰਦੇ ਆ। ਭੱਟ ਸਾਹਿਬਾਨ ਜੀ, ਹਰਬੰਸ ਮਥਰਾ ਜੀ, ਕੱਲ ਜੀ, ਸੱਲ ਜੀ, ਬਲ ਜੀ, ਭੱਲ ਜੀ, ਸਾਰੇ ਹੀ ਜਿੰਨੇ ਵੀ ਇਹ ਗੁਰਸਿੱਖ ਭਾਈ ਮਰਦਾਨਾ ਜੀ ਨੇ, ਸੱਤਾ ਜੀ, ਭਾਈ ਬਲਵੰਡ ਜੀ, ਭਾਈ ਸੁੰਦਰ ਜੀ, ਸਾਰੇ ਇੱਕੋ ਗੱਲ ਹੀ ਕਹਿੰਦੇ ਆ ਕਿ ਬੰਦਿਆ ਸਾਧ ਸੰਗਤ ਕਰ, ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਈ। ਇਹ ਪੰਕਤੀ ਜਿਹੜੀ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਆਦ ਵਿੱਚ ਵੀ ਉਹ ਸਹਾਈ ਆ, ਅੰਤ ਵਿੱਚ ਵੀ ਉਹ ਸਹਾਈ ਆ। ਜੇ ਆਦ ਵਿੱਚ ਨਾ ਸਹਾਈ ਹੋਵੇ, ਬੰਦੇ ਦਾ ਜਨਮ ਨਾ ਹੋਵੇ, ਅੰਤ ਵਿੱਚ ਨਾ ਉਹ ਸਹਾਈ ਹੋਵੇ, ਇਨਸਾਨ ਮੁਕਤ ਨਹੀਂ ਹੋ ਸਕਦਾ। ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ, ਭੈਣ ਭਾਈ ਵੀ ਬੋਲਣੋਂ ਹਟ ਜਾਂਦੇ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਵਾਹਿਗੁਰੂ ਬੰਦੇ ਦਾ ਸਾਥ ਨਹੀਂ ਛੱਡਦਾ, ਪਰ ਬੰਦੇ ਦੀ ਗੱਲ ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਤੇਗ ਬਹਾਦਰ ਜੀ, ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ, ਭੈਣ ਭਾਈ ਵੀ ਬੋਲਣੋਂ ਹਟ ਜਾਂਦੇ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,
ਉਹ ਜਿਉਂਦਿਆਂ ਤਾਂ ਹੀ ਵੀ ਨੱਠ ਜਾਂਦੇ। ਜਿਹੜੇ ਕਹਿੰਦੇ ਹੁੰਦੇ ਆ ਤੇਰੇ ਨਾਲ ਮਰਾਂਗੇ, ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਉਹਨਾਂ ਦੇ ਬੋਲ ਝੂਠੇ ਆ। ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਦੇ ਵਿੱਚ ਫਰਮਾਉਂਦੇ ਆ, ਬੰਦਾ ਆਉਂਦਾ ਵੀ ਇਕੱਲਾ ਹੈ, ਜਾਂਦਾ ਵੀ ਇਕੱਲਾ ਹੈ, ਮੈਂ ਤੇਰੇ ਨਾਲ ਮਰਾਂਗਾ। ਇਹ ਸਾਰੇ ਬੋਲ ਝੂਠੇ ਆ। ਕੋ ਮਰੈ ਨਾ ਮੋਇਆ ਨਾਲੇ, ਕਰ ਆਸ ਬੰਦਾ ਜੇਕਰ ਚਲਾ ਜਾਵੇ, ਰਿਸ਼ਤੇਦਾਰ ਵੀ ਮੁਖੜਾ ਵੱਟ ਜਾਂਦੇ। ਇਸ ਕਰਕੇ ਇਹ ਜਿੰਨੇ ਵੀ ਨਾਤੇ ਨੇ, ਜਦੋਂ ਬੰਦੇ ਤੇ ਬਿਪਤਾ ਪੈਂਦੀ ਹੈ, ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹ ਸਾਰੇ ਹੀ ਸਾਥ ਉਹਦਾ ਛੱਡ ਜਾਂਦੇ ਆ। ਸੁਖ ਮੈਂ ਆਨ ਮੌਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨ ਕੋਏ। ਗੁਰੂ ਤੇਗ ਬਹਾਦਰ ਜੀ ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਫਿਰ ਉਹ ਸਾਰੀਆਂ ਗੱਲਾਂ ਜ਼ੀਰੋ ਹੋ ਜਾਂਦੀਆਂ ਨੇ। ਜੋ ਆਪਾਂ ਕਹਿੰਦੇ ਆ ਵੀ ਇਹ ਮੇਰੇ ਸੀਗੇ, ਹਾਂ ਉਹ ਸੀ, ਤੈਨੂੰ ਲੱਗਦਾ ਸੀ, ਪਰ ਉਹ ਤੇਰੇ ਨਹੀਂ ਸੀ, ਸਿਰਫ ਇੱਕ ਵਹਿਮ ਸੀਗਾ। ਤੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ। ਇਕਬਾਲ ਕੋਈ ਨਾ ਜੱਗ ਤੇ ਬਣੇ ਸਾਥੀ, ਜਦੋਂ ਲੇਖ ਮੱਥੇ ਦੇ ਫਟ ਜਾਂਦੇ। ਅੰਤ ਬਾਰ ਨਾਨਕ ਬਿਨ ਹਰਜੀ, ਕੋ ਕਾਮ ਨਾ ਆਇਓ। ਰੱਬ ਤੋਂ ਬਿਨਾਂ ਅੰਤਲੇ ਸਮੇਂ ਵਿੱਚ ਕੋਈ ਕੰਮ ਨਹੀਂ ਆਉਂਦਾ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹਨਾਂ ਦੀ ਜਿਹੜੀ ਦੌਲਤ ਹੁੰਦੀ ਆ ਉਹ ਬਾਣੀ ਹੁੰਦੀ ਆ। ਉਹਨਾਂ ਦੀ ਆਤਮਾ ਦੀ ਜਿਹੜੀ ਦੌਲਤ ਹੁੰਦੀ ਆ ਉਹ ਗੁਰਬਾਣੀ, ਕਥਾ, ਕੀਰਤਨ, ਸਿਮਰਨ, ਭਜਨ, ਸੰਗਤ, ਚੰਗੀਆਂ ਕਿਤਾਬਾਂ, ਸੰਤਾਂ ਦੀ ਸੰਗਤ, ਇਹੀ ਉਹਨਾਂ ਦੀ ਪੂੰਜੀ ਹੁੰਦੀ ਆ। ਇੱਕ ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਉਹਨਾਂ ਨੂੰ ਵਾਹਿਗੁਰੂ ਦਾ ਹੀ ਤਾਣ ਹੁੰਦਾ, ਉਹਨਾਂ ਨੂੰ ਵਾਹਿਗੁਰੂ ਦਾ ਹੀ ਮਾਣ ਹੁੰਦਾ। ਇੱਕ ਉਹਦਾ ਹੀ ਦਰਬਾਰ ਸੱਚਾ, ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਇੱਕ ਉਹਨਾਂ ਤੇ ਉਹਨਾਂ ਦੀ ਓਟ ਹੁੰਦੀ ਆ, ਸਹਾਰਾ ਹੁੰਦਾ। ਜਿਵੇਂ ਬੰਦੇ ਨੂੰ ਕਈ ਵਾਰ ਲੱਗ ਪੈਂਦਾ ਭੁਲੇਖਾ ਕਿ ਉਹ ਬੰਦਾ ਮੇਰੇ ਵੱਲ ਆ, ਮੈਂ ਹੁਣ ਡੋਲਦਾ ਨਹੀਂ, ਮੈਨੂੰ ਹੌਸਲਾ ਹੋ ਗਿਆ। ਥੋੜ੍ਹੇ ਦਿਨਾਂ ਬਾਅਦ ਉਹੀ ਬੰਦਾ ਬੰਦੇ ਨਾਲ ਬੋਲਣੋਂ ਹਟ ਜਾਂਦਾ, ਫਿਰ ਉਹਦਾ ਹੌਸਲਾ ਢਹਿ ਜਾਂਦਾ। ਇਹ ਚੀਜ਼ਾਂ ਊਚ ਨੀਚ ਆ ਰਿਸ਼ਤਿਆਂ ਵਿੱਚ। ਕਦੇ ਉਹੀ ਬੰਦਾ ਸਾਡੇ ਨਾਲ ਬੋਲਦਾ ਹੁੰਦਾ, 2-2 ਘੰਟੇ ਗੱਲਾਂ ਕਰਦਾ, ਫਿਰ ਉਹ ਬੋਲਣੋਂ ਹਟ ਜਾਂਦਾ, ਕੋਈ ਗੱਲ ਹੋ ਜਾਂਦੀ ਆ। ਇਹ ਸਿਰਫ ਤੇ ਸਿਰਫ ਇੱਕ ਵਹਿਮ ਹੁੰਦਾ ਵੀ ਉਹ ਬੰਦਾ ਮੇਰੇ ਨਾਲ ਖੜਾ। ਤੁਸੀਂ ਆਪਣੇ ਆਪ ਨਾਲ ਹੀ ਖੜ ਜਾਓ ਨਾ, ਇੰਨਾ ਹੀ ਬਹੁਤ ਆ। ਨਾ ਕਰ ਆਸ ਮੀਤ ਸੁਤ ਪਾਈ। ਮੂਰਖ ਬੰਦੇ ਕਿਸੇ ਤੇ ਆਸ ਰੱਖਦੇ ਆ। ਗੁਰੂ ਨਾਨਕ ਜੀ ਦੇਖੋ ਬਾਣੀ ਜੋ ਕਹਿੰਦੀ ਆ, ਅਸੀਂ ਕਿੰਨਾ ਉਦੋਂ ਉਲਟ ਚੱਲਦੇ ਆ। ਮੂਰਖ ਬੰਦਾ ਹੀ ਕਿਸੇ ਤੇ ਆਸ ਰੱਖਦਾ। ਸਿਰਫ ਮੂਰਖ ਬੰਦੇ ਹੀ ਬਗਾਨੀਆਂ ਆਸਾਂ ਤੇ ਜਿਉਂਦੇ ਆ। ਨਾ ਕਰ ਆਸ ਮੀਤ ਸੁਤ ਭਾਈ। ਹੇ ਮੇਰੇ ਮਿੱਤਰ, ਕਿਸੇ ਤੇ ਆਸ ਨਾ ਰੱਖ। ਨਾ ਕਰ ਆਸ ਕਿਸੇ ਸ਼ਾਹ, ਵਿਵਹਾਰ ਕੀ ਪਰਾਈ। ਪਰਾਈ ਆਸ ਨਾ ਰੱਖ, ਇਹ ਤੈਨੂੰ ਤੋੜ ਦੂਗੀ, ਇਹ ਤੈਨੂੰ ਨਿਰਾਸ਼ ਕਰ ਦੂਗੀ। ਇਸ ਕਰਕੇ ਜੋ ਗੁਰੂ ਸਾਹਿਬ ਜੀ ਕਹਿੰਦੇ ਆ, ਬਾਣੀ ਦੀ ਸੰਗਤ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ, ਸਿਹਤ ਲਈ। ਇਸ ਨੂੰ ਤੁਸੀਂ ਐਵੇਂ ਸਮਝੋ, ਜਦੋਂ ਅਸੀਂ ਬਾਣੀ ਨਹੀਂ ਪੜ੍ਹਦੇ ਹੈਗੇ, ਅਸੀਂ ਉਹਨੂੰ ਜਦੋਂ ਚੇਤੇ ਨਹੀਂ ਕਰਦੇ, ਤਾਂ ਉਹਦੀ ਜਗ੍ਹਾ ਮਨ ਕੁਝ ਹੋਰ ਕਰਦਾ। ਉਹ ਆ ਚਿੰਤਾ। ਚਿੰਤਾ ਕਰਦਾ ਮਨ, ਚੇਤੇ ਨਹੀਂ ਜਦੋਂ ਕਰਦਾ, ਬਸ ਇਹ ਚਿੰਤਾ ਕਰੂਗਾ। ਮਨ ਨੇ ਕੁਝ ਨਾ ਕੁਝ ਕਰਨਾ ਹੀ ਆ। ਜੇ ਰੱਬ ਨੂੰ ਚੇਤੇ ਨਹੀਂ ਕਰੂਗਾ, ਇਹ ਚਿੰਤਾ ਕਰੂਗਾ। ਚਿੰਤਾ ਕਰੂਗਾ ਤੇ ਉਸ ਤੋਂ ਬਾਅਦ ਫਿਰ ਸਿਹਤ ਖਰਾਬ ਹੋਊਗੀ। ਕਬੀਰ ਸਾਹਿਬ ਜੀ ਕਹਿੰਦੇ ਆ, ਭਗਤ ਫਰੀਦ ਜੀ ਕਹਿੰਦੇ ਆ, ਗੁਰੂ ਨਾਨਕ ਜੀ ਕਹਿੰਦੇ ਆ, ਨਾਨਕ ਚਿੰਤਾ ਮਤ ਕਰੋ। ਗੁਰੂ ਅਮਰਦਾਸ ਜੀ ਕਹਿੰਦੇ ਆ, ਸਿਹਤ ਖਰਾਬ ਹੋਊਗੀ। ਜਿਹੜੀ ਭੱਜ ਦੌੜ ਕਰਕੇ ਪੈਸਾ ਬਣਾਇਆ ਸੀਗਾ ਅਸੀਂ,
ਉਹ ਫਿਰ ਉਹ ਸਿਹਤ ਨੂੰ ਠੀਕ ਕਰਨ 'ਤੇ ਲੱਗ ਜੂਗਾ। ਤਾਂ ਬੰਦੇ ਨੇ ਫਿਰ ਇਹ ਕਹਿਣਾ ਪਊਗਾ, ਪਹਿਲਾਂ ਸਾਰੀ ਜ਼ਿੰਦਗੀ ਪੈਸੇ ਕਮਾਏ, ਸਿਹਤ ਖਰਾਬ ਕਰ ਲਈ, ਫਿਰ ਸਿਹਤ ਨੂੰ ਠੀਕ ਕਰਨ 'ਤੇ ਉਹ ਪੈਸੇ ਉਡਾ ਦਿੱਤੇ, ਤਾਂ ਡਾਕਟਰਾਂ ਨੇ ਉਹ ਤੋਂ ਪੈਸੇ ਲੈ ਲਏ। ਤਾਂ ਸਭ ਤੋਂ ਬਿਹਤਰ ਕੰਮ ਇਹ ਆ ਕਿ ਕੰਮ ਕਰਦਿਆਂ ਕੰਮ ਕਰਕੇ ਤੁਸੀਂ ਮਾਲਕ ਨੂੰ ਯਾਦ ਰੱਖੋ, ਉਹਦੇ ਨਾਲ ਤੁਹਾਡੀ ਸਿਹਤ ਆ ਜਿਹੜੀ ਠੀਕ ਰਹੂਗੀ। ਪਹਿਲੀ ਗੱਲ ਇਹ ਆ। ਦੂਜੀ ਗੱਲ ਇਹ ਆ ਵੀ ਤੁਹਾਡਾ ਮਨ ਜਿਹੜਾ ਬੜਾ ਜ਼ਰੂਰੀ ਆ ਉਹ ਠੀਕ ਰਹੂਗਾ। ਜਦੋਂ ਉਹਦੀ ਸੰਗਤ ਵਿੱਚ ਤੁਸੀਂ ਵਾਹਿਗੁਰੂ ਦੀ ਸੰਗਤ ਵਿੱਚ ਲੱਗ ਜਾਂਦੇ ਹੋ, ਸਾਧੂ ਸੰਗ ਭਜੋ ਗੋਪਾਲ। ਬਾਕੀ ਜਿਹੜੀ ਦੁਨੀਆ ਦੀ ਰੀਤੀ ਆ, ਇਹ ਗੱਲ ਤੁਸੀਂ ਦਿਲ 'ਤੇ ਲਿਖ ਲਓ, ਕੋਈ ਵੀ ਕਿਸੇ ਦਾ ਨਹੀਂ ਹੈਗਾ। ਕਹਿਤ ਕਬੀਰ ਕੋਈ ਨਹੀਂ ਤੇਰਾ। ਸਾਰੇ ਆਪਦੇ ਸੁੱਖਾਂ ਕਰਕੇ ਸਾਡੇ ਨਾਲ ਜੁੜੇ ਹੋਏ ਆ, ਅਸੀਂ ਆਪਣੇ ਸੁੱਖਾਂ ਕਰਕੇ ਉਹਨਾਂ ਨਾਲ ਜੁੜੇ ਹੋਏ ਆ। ਕਵੀ ਤੁਲਸੀਦਾਸ ਜੀ ਕਹਿੰਦੇ ਆ, ਉਹ ਮੋਹ ਤੇ ਸੁਖ ਚਾਹਤ ਹੈ, ਮੋਏ ਉਹ ਤੇ ਸੁਖ ਚਾਹਤ ਹੈ, ਤੂੰ ਮੇਰੀ ਖੁਰਕ ਕਰ ਮੈਂ ਤੇਰੀ ਖਾਜ ਕਰਾਂਗਾ। ਇਹ ਰਿਸ਼ਤਿਆਂ ਦਾ ਨਾਮ ਹੈ। ਕਬੀਰ ਸਾਹਿਬ ਜੀ ਵੀ ਇਹ ਕਹਿੰਦੇ ਆ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਅੰਤ ਬਾਰ ਨਾਨਕ ਬਿਨ ਹਰਿ ਜੀ ਕੋ ਕਾਮ ਨਾ ਆਇਓ। ਇਹ ਚੀਜ਼ਾਂ ਵਾਰ-ਵਾਰ ਆਉਂਦੀਆਂ ਬਾਣੀ 'ਚ। ਜਦੋਂ ਵਿਪਤਾ ਕਿਸੇ 'ਤੇ ਆਣ ਪੈਂਦੀ, ਭੈਣ ਭਾਈ ਵੀ ਬੋਲਣੋਂ ਹਟ ਜਾਂਦੇ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਜਿਉਂਦਿਆਂ ਤਾਈਂ ਵੀ ਨੱਠ ਜਾਂਦੇ। ਕਰ ਆਸ ਬੰਦਾ ਜੇਕਰ ਚਲਾ ਜਾਵੇ, ਰਿਸ਼ਤੇਦਾਰ ਵੀ ਮੁਖੜਾ ਵੱਟ ਜਾਂਦੇ। ਇਕਬਾਲ ਕੋਈ ਨਾ ਜੱਗ ਤੇ ਬਣੇ ਸਾਥੀ, ਜਦੋਂ ਲੇਖ ਮੱਥੇ ਦੇ ਫਟ ਜਾਂਦੇ। ਉਹ ਜਿਹੜੀ ਸੰਸਕਾਰ ਕਰਨ ਸਮੇਂ ਸਿਰ ਦੇ ਵਿੱਚ ਖੋਪੜੀ ਜਿਹੜੀ ਉਹਨੂੰ ਤੋੜਿਆ ਜਾਂਦਾ ਹੈ, ਇਸ ਕਰਕੇ, ਜਾਂ ਅੰਗੀਠਾ ਸੰਭਾਲਿਆ ਜਾਂਦਾ। ਜਦੋਂ ਉਹ ਚੀਜ਼ਾਂ ਹੁੰਦੀਆਂ ਨੇ, ਉਦੋਂ ਬੰਦਿਆ ਭਾਵ ਕਿ ਉੱਥੇ ਇਹ ਸੰਗਤ ਨੇ ਕੰਮ ਆਉਣਾ ਸੀਗਾ, ਪਰ ਤੂੰ ਉਹ ਨਹੀਂ ਕਮਾਈ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਜਿਹੜੇ ਬੰਦੇ ਕੋਲ ਬਹੁਤ ਪੈਸਾ ਵਾ, ਉਹਦੇ ਰਿਸ਼ਤੇਦਾਰ ਵੀ ਬਹੁਤ ਹੋਣਗੇ, ਉਹਦੇ ਦੋਸਤ ਐਵੇਂ ਹੀ ਬਣ ਜਾਣਗੇ। ਲੋਕ ਐਵੇਂ ਉਹਦੇ ਨਾਲ ਨਾਮ ਦੇ ਨਾਲ ਆਪਣਾ ਨਾਮ ਜੋੜ ਦਿੰਦੇ ਆ ਵੀ ਉਹ ਮੇਰਾ ਰਿਸ਼ਤੇਦਾਰ ਆ। ਉਹੀ ਬੰਦਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਦੋਂ ਗਰੀਬ ਹੋ ਜਾਂਦਾ ਵਾ, ਉਹਦਾ ਕੋਈ ਦੋਸਤ ਬਣਨ ਨੂੰ ਤਿਆਰ ਨਹੀਂ। ਬਣਨ ਨੂੰ ਛੱਡੋ, ਕਹਾਉਣ ਨੂੰ ਵੀ ਤਿਆਰ ਨਹੀਂ ਕਿ ਮੈਂ ਇਹਦਾ ਦੋਸਤ ਹਾਂ। ਇੰਨਾ ਫਰਕ ਆ ਬੰਦੇ ਦੀ ਥਿੰਕਿੰਗ ਦੇ ਵਿੱਚ। ਉਹ ਬੰਦਾ ਉਹੀ ਹੁੰਦਾ। ਰਾਏ ਭੋਏ ਦੀ ਤਲਵੰਡੀ, ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਆ, ਜਿੱਥੇ ਬੇਬੇ ਨਾਨਕੀ ਜੀ, ਗੁਰੂ ਨਾਨਕ ਸਾਹਿਬ ਜੀ ਨਿੱਕੇ ਨਿੱਕੇ ਹੁੰਦੇ ਖੇਡਦੇ ਰਹੇ। ਇਹਨਾਂ ਖਿਡੌਣਿਆਂ ਨੂੰ, ਛੋਟੇ ਛੋਟੇ ਗੁੱਡੇ ਗੁੱਡੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਕਿ ਭੈਣ ਇਹ ਜਪਦੇ ਨਹੀਂ ਹੈਗੇ ਵਾਹਿਗੁਰੂ, ਪਿੱਛੇ ਨਹੀਂ ਮੇਰੇ ਬੋਲਦੇ। ਇਹ ਬਚਪਨ ਦੀਆਂ ਗੱਲਾਂ ਨੇ। ਅੱਜ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਹੋ ਗਈ ਆ ਤੇ ਇਤਿਹਾਸਕਾਰ ਕਹਿੰਦੇ 32 ਸਾਲ ਦੀ ਉਮਰ ਹੋ ਗਈ ਗੁਰੂ ਨਾਨਕ ਸਾਹਿਬ ਜੀ ਦੀ। ਤੇ ਉਸ ਤੋਂ 1 ਸਾਲ ਪਹਿਲਾਂ ਦੀ ਗੱਲ, 31 ਸਾਲ ਦੇ ਜਦੋਂ ਸੀਗੇ, ਇੱਕ ਦਿਨ ਘਰੇ ਆਏ ਬੇਬੇ ਨਾਨਕੀ ਜੀ ਕੋਲੇ। ਸੁਲਤਾਨਪੁਰ ਦੀ ਗੱਲ ਆ। ਉਹਨਾਂ ਨੇ ਮੰਜਾ ਢਾਹ ਦਿੱਤਾ ਗੁਰੂ ਨਾਨਕ ਜੀ ਲਈ ਤੇ ਆਖਿਆ ਹੈ ਕਿ ਵੀਰ ਜੀ ਇੱਥੇ ਸਜਣਾ ਕਰੋ, ਤੇ ਮੈਂ ਤੁਹਾਨੂੰ ਯਾਦ ਕਰ ਰਹੀ ਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਦੇ ਵੀ ਤੁਸੀਂ ਮੈਨੂੰ ਯਾਦ ਕਰੋਗੇ, ਮੈਂ ਕਿਤੇ ਵੀ ਹੋਵਾਂ, ਮੈਨੂੰ ਆਉਣਾ ਪਵੇਗਾ। ਕਿਤੇ ਵੀ ਤੁਸੀਂ ਹੋਵੋ ਤੇ ਜਦੋਂ ਵੀ ਮੈਨੂੰ ਯਾਦ ਕਰੋਗੇ, ਮੈਨੂੰ ਆਉਣਾ ਪਵੇਗਾ, ਕਿਉਂਕਿ ਤੁਸੀਂ ਮੈਨੂੰ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਯਾਦ ਕਰਦੇ ਹੋ। ਬੇਬੇ ਨਾਨਕੀ ਜੀ ਨੂੰ ਆਖਿਆ ਸੀ। ਕਹਿੰਦੇ ਮੈਨੂੰ ਆਉਣਾ ਹੀ ਪੈਂਦਾ ਹੈ, ਤਾਂ ਮੈਨੂੰ ਆਉਣਾ ਪੈ ਗਿਆ। ਤਾਂ ਫਿਰ ਉਹ ਥੋੜ੍ਹੀਆਂ ਬਹੁਤੀਆਂ ਉਹਨਾਂ ਨੇ ਗੱਲਾਂ ਕੀਤੀਆਂ। ਉਸ ਤੋਂ ਬਾਅਦ ਕਹਿਣ ਲੱਗੇ ਮੈਂ ਆਪਦੇ ਦਿਲ ਦੀ ਗੱਲ ਕਹਿਣਾ ਚਾਹੁੰਦੀ ਹਾਂ। ਜਿਵੇਂ ਹਰ ਭੈਣ ਦਾ ਇੱਕ ਸੁਪਨਾ ਹੁੰਦਾ ਹੈ, ਉਹ ਕਹਿਣ ਲੱਗੇ ਵੀ ਤੁਸੀਂ ਕਹੋ ਜੀ ਗੱਲ ਫਿਰ ਦਿਲ ਦੀ। ਰੋਟੀਆਂ ਪਕਾ ਰਹੇ ਸੀ, ਭੋਜਨ ਪਰੋਸਿਆ ਹੈ। ਕਹਿਣ ਲੱਗੇ ਮੈਂ ਨਾ ਤੁਹਾਡੇ ਪੁੱਤਰ ਦਾ ਮੁਖੜਾ ਵੇਖਣਾ ਚਾਹੁੰਦੀ ਹਾਂ। 31 ਸਾਲ ਦੇ ਗੁਰੂ ਨਾਨਕ ਜੀ ਹੋ ਗਏ ਸੀਗੇ।
ਤਾਂ 21 ਸਾਲ ਦੀ ਇਹਨਾਂ ਦੀ ਸ਼ਾਦੀ ਹੋਈ ਆ। ਵੱਖ-ਵੱਖ ਇਤਿਹਾਸਕਾਰ ਆ, ਚਲੋ ਆਪਾਂ ਇੱਕ ਦੀ ਮੰਨ ਲੈਂਦੇ ਹਾਂ, ਇਹਦੀ ਸਭ ਮੰਨਦੇ ਆ। 21 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਸੀ, ਪਰ ਘਰ ਵਿੱਚ ਔਲਾਦ ਨਹੀਂ ਸੀ ਹੋਈ ਕੋਈ। ਕਿਹਾ ਸੀ ਕਿ ਮੈਂ ਆਪਣੇ ਭਤੀਜੇ ਜਾਂ ਤੁਹਾਡੇ ਘਰ ਵਿੱਚ ਕੋਈ ਵੀ ਔਲਾਦ ਹੋਵੇ, ਬੱਚਾ ਜਾਂ ਬੱਚੀ, ਤੇ ਉਹਦਾ ਮੈਂ ਮੁਖੜਾ ਵੇਖਣਾ ਚਾਹੁੰਦੀ ਹਾਂ। ਬੇਬੇ ਨਾਨਕੀ ਜੀ ਨੇ ਆਖਿਆ ਸੀ, ਕਹਿੰਦੇ ਵੀ ਤੁਸੀਂ ਕੁਝ ਮੰਗੋ ਤੇ ਅਸੀਂ ਦੇਈਏ ਨਾ, ਇਹ ਹੋ ਨਹੀਂ ਸਕਦਾ ਹੈਗਾ। ਤੁਹਾਡੀ ਬੰਦਗੀ ਬਹੁਤ ਆ, ਉਮਰ ਵੀ ਸਾਡੇ ਨਾਲੋਂ ਤੁਹਾਡੀ ਵੱਡੀ ਹੋਵੇਗੀ, ਇਹ ਵੀ ਆਖਿਆ ਸੀ। ਤਾਂ ਫਿਰ ਜਦੋਂ 32 ਸਾਲ ਦੇ ਗੁਰੂ ਨਾਨਕ ਸਾਹਿਬ ਜੀ ਹੋਏ ਆ, ਉਸ ਵਕਤ ਉਹਨਾਂ ਦੇ ਘਰ ਦੇ ਵਿੱਚ ਮਾਤਾ ਸੁਲੱਖਣੀ ਜੀ ਦੀ ਕੁੱਖ ਨੂੰ ਭਾਗ ਲੱਗੇ। ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਨਾਮ ਉਹਨਾਂ ਦਾ ਰੱਖਿਆ ਗਿਆ ਸ਼੍ਰੀ ਚੰਦ। ਜਿਹੜੇ ਉਦਾਸੀਨ ਮੱਤ ਦੇ ਸ਼੍ਰੋਮਣੀ ਮੰਨੇ ਜਾਂਦੇ ਆ, ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਘਰ ਵਿੱਚ ਪੈਦਾ ਹੋਏ, ਭਾਵ ਕਿ ਬੇਬੇ ਨਾਨਕੀ ਜੀ ਦੇ ਭਤੀਜੇ, ਉਹਨਾਂ ਦਾ ਨਾਮ ਸ਼੍ਰੀ ਚੰਦ ਰੱਖਿਆ ਤੇ ਬੜੇ ਪਿਆਰ ਦੇ ਨਾਲ ਗੋਦੀ ਵਿੱਚ ਚੁੱਕ ਕੇ ਉਹਦੀ ਜਿਹੜੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸੀ, ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਦੀ ਲਾਈ ਸੀਗੀ ਵੀ ਤੁਸੀਂ ਹੀ ਇਹਨੂੰ ਸਹੀ ਤਰੀਕੇ ਨਾਲ ਪਾਲਣਾ, ਤੁਸੀਂ ਹੀ ਇਹਨੂੰ ਸਾਰੀਆਂ ਗੱਲਾਂ ਸਿਖਾਉਣੀਆਂ ਨੇ, ਤੁਸੀਂ ਹੀ ਇਹਦੀ ਪਰਵਰਿਸ਼ ਕਰਨੀ ਆ। ਸ਼੍ਰੀ ਚੰਦ ਜੀ ਦੀ ਆਖਿਆ ਸੀ, ਜਦੋਂ ਵੀ ਮੈਨੂੰ ਯਾਦ ਕਰਿਆ ਕਰੋਗੇ ਮੈਂ ਆ ਜਾਇਆ ਕਰਾਂਗਾ, ਮੈਨੂੰ ਆਉਣਾ ਹੀ ਪਵੇਗਾ। ਹਮੇਸ਼ਾ ਬੇਬੇ ਨਾਨਕੀ ਜੀ ਨੇ ਜਦੋਂ ਵੀ ਯਾਦ ਕੀਤਾ, ਗੁਰੂ ਨਾਨਕ ਸਾਹਿਬ ਜੀ ਉੱਥੇ ਹਾਜ਼ਰ ਹੋਏ ਆ, ਉਹਨਾਂ ਨੂੰ ਹਾਜ਼ਰ ਹੋਣਾ ਪਿਆ। ਕਹਿੰਦੇ ਸੀ ਤੁਹਾਡੇ ਪੂਰਬਲੇ ਕਰਮ ਇੰਨੇ ਜ਼ਿਆਦਾ ਵਾ, ਇੰਨੀ ਬੰਦਗੀ ਕੀਤੀ ਹੋਈ ਆ ਕਿ ਸਾਨੂੰ ਖੁਦ ਪ੍ਰੇਮ ਦੇ ਜਿਹੜੇ ਬੰਧਨ ਆ ਉਹਨਾਂ ਵਿੱਚ ਆਉਣਾ ਹੀ ਪੈਂਦਾ। ਜਿੱਦਾਂ ਗੁਰੂ ਤੇਗ ਬਹਾਦਰ ਜੀ ਵੀ ਚਲੇ ਗਏ ਸੀ ਸਸਰਾਮ ਪਿੰਡ ਵਿੱਚ, ਤੇ ਇੱਕ ਸਿੱਖ ਸੀਗਾ ਉੱਥੇ ਰਹਿਣ ਵਾਲਾ, ਬਜ਼ੁਰਗ ਸਿੱਖ ਸੀ, ਉਹਨੇ ਘਰ ਦਾ ਦਰਵਾਜ਼ਾ ਬਹੁਤ ਉੱਚਾ ਬਣਾਇਆ ਸੀਗਾ ਤੇ ਚੌੜਾ, ਕਿ ਗੁਰੂ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਹੀ ਆਉਣ, ਇਹ ਉਹਦੀ ਇੱਛਾ ਸੀਗੀ ਦਿਲ ਦੀ। ਆਨੰਦਪੁਰ ਕਿੱਥੇ ਤੇ ਸਸਰਾਮ ਕਿੱਥੇ ਆ, ਬਹੁਤ ਬਾਟ ਪੈ ਜਾਂਦੀ ਹੈ। ਗੁਰੂ ਤੇਗ ਬਹਾਦਰ ਜੀ ਉਵੇਂ ਹੀ ਗਏ, ਘੋੜੇ ਤੋਂ ਉਤਰੇ ਨਹੀਂ, ਘੋੜੇ ਸਮੇਤ ਉਹਦੇ ਘਰ ਵਿੱਚ ਗਏ ਸੀਗੇ। ਤੇ ਇਹ ਸਾਰੀਆਂ ਗੱਲਾਂ ਪ੍ਰੇਮ ਦੀਆਂ ਹੁੰਦੀਆਂ ਨੇ। ਇਸ ਕਰਕੇ ਜੋ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਪਿਆਰ ਬਣਾ ਲੈਂਦੇ ਆ, ਫਿਰ ਉਹਨਾਂ ਦੀ ਜ਼ਿੰਦਗੀ ਸੰਪੂਰਨ ਹੋ ਜਾਂਦੀ ਆ। ਉਹਨਾਂ ਦੀ ਜ਼ਿੰਦਗੀ ਫਿਰ ਇਉਂ ਸਮਝੋ ਜਿਵੇਂ ਨਦੀ ਆ ਸਮੁੰਦਰ 'ਚ ਲੀਨ ਹੋ ਗਈ ਆ। ਹੁਣ ਉਹ ਨਦੀ ਨਹੀਂ ਰਹੀ, ਨਦੀ ਦਾ ਪਾਣੀ ਨਦੀ ਨਹੀਂ ਰਿਹਾ, ਸਮੁੰਦਰ ਹੋ ਗਿਆ। ਬੂੰਦ ਸਮੁੰਦਰ ਵਿੱਚ ਜਾ ਕੇ ਲੀਨ ਹੋ ਗਈ, ਸਮੁੰਦਰ ਹੋ ਗਈ। ਹੁਣ ਇਹ ਨਹੀਂ ਕਹਿ ਸਕਦੇ ਉਹ ਬੂੰਦ ਆ, ਹੁਣ ਸਮੁੰਦਰ ਹੋ ਗਈ ਹੈ। ਜਿਹੜਾ ਸਿੱਖ ਗੁਰੂ ਨਾਲ ਪਿਆਰ ਕਰਦਾ, ਉਹ ਇੰਨਾ ਜ਼ਿਆਦਾ ਪਿਆਰ ਕਰਨ ਕਰਕੇ ਬਸ ਉਹ ਗੁਰੂ 'ਚ ਮਿਕਸ ਅਪ ਹੋ ਜਾਂਦਾ, ਉਹਦੀ ਪਛਾਣ ਨਹੀਂ ਆਉਂਦੀ ਫਿਰ ਵੀ ਉਹ ਗੁਰੂ ਨਾਨਕ ਸਾਹਿਬ ਆ ਕਿ ਭਾਈ ਮਰਦਾਨਾ ਜੀ ਆ। ਭਾਈ ਮਰਦਾਨਾ ਜੀ ਨੂੰ ਪਿੰਡ ਦੇ ਲੋਕ ਕਹਿਣ ਲੱਗ ਗਏ ਸੀਗੇ, ਜਦੋਂ 4 ਉਦਾਸੀਆਂ ਦੇ ਵਿੱਚ ਉਹ ਆਉਂਦੇ ਰਹੇ ਯਾਤਰਾ ਦੇ ਵਿੱਚ, ਕਦੇ ਆ ਜਾਂਦੇ ਸੀ ਵਾਪਸ, ਕਹਿਣਾ ਵੀ ਹੁਣ ਤੂੰ ਬਹੁਤ ਬਦਲ ਗਿਆ ਹੈ, ਤੈਨੂੰ ਪਹਿਲਾਂ ਵਾਂਗ ਭੁੱਖ ਵੀ ਨਹੀਂ ਲੱਗਦੀ, ਤੇਰੇ ਚਿਹਰੇ ਵਿੱਚੋਂ ਅਕਸ਼ ਪੈਂਦਾ ਹੈ ਗੁਰੂ ਨਾਨਕ ਜੀ ਦਾ। ਤੁਹਾਡੀ ਬੋਲ ਬਾਣੀ ਜ਼ਿਆਦਾ ਮਿੱਠੀ ਨਹੀਂ ਸੀਗੀ, ਪਰ ਗੁਰੂ ਨਾਨਕ ਨਾਲ ਰਹਿ ਕੇ ਬਹੁਤ ਫਰਕ ਪੈ ਗਿਆ ਵਾ, ਉੱਦਾਂ ਦੀ ਬੋਲ ਬਾਣੀ ਹੋ ਗਈ, ਜੈਸੀ ਸੰਗਤ ਤੈਸੀ ਰੰਗਤ। ਇੱਦਾਂ ਸਾਰੀਆਂ ਗੱਲਾਂ ਹੁੰਦੀਆਂ ਨੇ। ਤਾਂ ਤੁਸੀਂ ਚੰਗੇ ਬੰਦਿਆਂ ਦੀ ਸੰਗਤ ਕਰੋ ਪਿਆਰਿਓ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲਕਾਲ। ਇਹ ਗੱਲ ਦਿਲ ਤੇ ਵਸਾ ਲਓ ਕਿ ਹੋਰ ਕੋਈ ਤਰੀਕਾ ਨਹੀਂ ਹੈਗਾ ਸੰਸਾਰ ਤੋਂ ਮੁਕਤ ਹੋਣ ਦਾ, ਜਨਮ ਮਰਨ ਤੋਂ ਮੁਕਤ ਹੋਣ ਦਾ। ਬਸ ਉਹ ਸੰਗਤ ਆ, ਬਸ ਉਹ ਸਾਧ ਸੰਗਤ ਆ। ਸੰਗਤ ਵਿੱਚ ਕੀ ਹੁੰਦਾ ਵਾ? ਕਥਾ ਹੈ, ਕੀਰਤਨਾ, ਸਿਮਰਨਾ, ਉਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਰੱਬ ਨਾਲ ਜੋੜਦੀਆਂ ਨੇ। ਤਾਂ ਸੰਗਤ ਜਿਹੜੀ ਆ ਇਹ ਸਭ ਤੋਂ ਵੱਡੀ ਚੀਜ਼ ਆ। ਕਬੀਰ ਸਾਹਿਬ ਜੀ ਇੱਥੋਂ ਤੱਕ ਕਹਿੰਦੇ ਆ, ਕਹਿੰਦੇ ਨੇ ਕਿ ਜੇਕਰ ਤੁਹਾਨੂੰ ਜੌਂ ਦੇ ਜਿਹੜੇ ਛਿੱਲ ਨੇ ਉਹ ਖਾਣੇ ਪੈ ਜਾਣ, ਜੌਂ ਦੇ ਦਾਣੇ ਜਿਹੜੇ ਆ ਉਹ ਖਾਣੇ ਪੈ ਜਾਣ, ਉਹਦੀ ਛਿੱਲ ਖਾ ਕੇ ਵੀ ਗੁਜ਼ਾਰਾ ਕਰਨਾ ਪੈ ਜੇ ਗੁਰੂ ਕੋਲੇ ਰਹਿ ਕੇ, ਤਾਂ ਕਰ ਲਿਓ, ਮਾੜੇ ਬੰਦੇ ਕੋਲ ਨਾ ਜਾਇਓ।
कबीर साधु की संगत रहूं, जौ की भूसी खाओ, होनहार सो होए है, साकत संग न जाओ। जौ दे छिल्लड़ खा के भी ना जे गुजारा करना पै जे कर लिओ, पर माड़े बंदे की संगत विच ना जाओ। इस दसदे आ कबीर साहब। गुरु साहब किरपा करन, कीती विचार हिरदियां च वसे, शब्दां की कमाई करके सोहना बनाइए आपदा जीवन, ਵੱਡਿਆਂ ਦਾ ਸਤਿਕਾਰ ਕਰੀਏ ਆਪਦੇ ਤੋਂ, ਜੋ ਉਮਰ ਵਿੱਚ ਵੱਡੇ ਆ, ਜੋ ਗੁਣਾਂ 'ਚ ਵੱਡੇ ਆ, ਉਹਨਾਂ ਦਾ ਸਤਿਕਾਰ ਕਰੀਏ। ਛੋਟੇ ਬੱਚੇ ਆ ਉਹਨਾਂ ਨਾਲ ਪਿਆਰ ਕਰੀਏ। ਜ਼ਿੰਦਗੀ ਵਿੱਚ ਊਚ ਨੀਚ ਆਉਂਦੀ ਰਹਿੰਦੀ ਆ, ਗੁਰੂ ਅੱਗੇ ਅਰਦਾਸ ਕਰੀਏ, ਡੋਲੀਏ ਨਾ। ਇਹ ਸਿੱਖਿਆ ਮਿਲੀ ਆ ਮਹਾਰਾਜ ਤੋਂ। ਆਓ ਰਲ ਮਿਲ ਕੇ ਵਾਹਿਗੁਰੂ ਜੀ ਦਾ ਜਾਪ ਕਰੀਏ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਕਹਿ